ਹਾਈ ਕਨਸਟੀਟਿਊਸ਼ਨਲ ਪੋਸਟ ਨੇ ਇਹਨਾਂ ਦੇ ਲੈਵਲ ਤੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰੇ ਦੋਨਾਂ ਨੂੰ ਸਵਾਲ ਨੇ। ਦੇਖੋ ਤਲਵਾਰ ਸਾਹਿਬ ਤੁਸੀਂ ਐਜ਼ ਕਨਸਟੀਟਿਊਸ਼ਨਲ ਐਕਸਪਰਟ ਉਰੇ ਬਿਠਾਏ ਨੇ। ਪਹਿਲੀ ਗੱਲ ਤਾਂ ਕਿ ਜੋ ਸੁਪਰੀਮ ਕੋਰਟ ਨੇ ਲੇਟੈਸਟ ਕਿਹਾ ਹੈ ਉਹ ਤਾਂ ਭਗਵੰਤ ਮਾਨ ਸਾਹਿਬ ਨੇ ਆਪ ਹੀ ਜਾ ਕੇ ਪੰਗਾ ਲਿਆ। ਪੰਜਾਬ ਸਰਕਾਰ ਤਾਂ ਪਹਿਲਾਂ ਤਾਂ ਕੋਈ ਐਸੀ ਗੱਲ ਨਹੀਂ ਸੀ, ਇਹ ਆਪ ਹੀ ਗਏ ਭਗਵੰਤ ਮਾਨ ਸਾਹਿਬ ਸੁਪਰੀਮ ਕੋਰਟ ਤੋਂ ਆਪ ਹੀ ਇੱਕ ਆਰਡਰ ਲੈ ਆਏ। ਉਹਨਾਂ ਨੇ ਕਹਿਤਾ ਵੀ ਭਾਈ ਜੋ ਗਵਰਨਰ ਸਾਹਿਬ ਪੁੱਛਣਗੇ ਉਹ ਤੁਸੀਂ ਦੱਸਣ ਦੇ ਪਾਬੰਦ ਹੋ। ਦੂਜਾ ਮੈਂ ਗਰੇਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਗਰੇਵਾਲ ਸਾਹਿਬ ਜਿਹੜਾ ਸਾਡਾ ਦੇਸ਼ ਹੈ ਉਹ ਸਿਵਿਕਸ ਦੇ 9th ਕਲਾਸ ਦੇ ਲੈਸਨ ਨਾਲ ਨਹੀਂ ਚੱਲਦਾ, ਉਹ ਕਨਸਟੀਟਿਊਸ਼ਨ ਨਾਲ ਚੱਲਦਾ। ਸੋ ਤੁਸੀਂ 9th ਕਲਾਸ ਦੇ ਸਿਵਿਕਸ ਦੇ ਲੈਸਨ ਨੂੰ ਤਾਂ ਬਹੁਤ ਜ਼ੋਰ ਦੇ ਰਹੇ ਹੋ, ਤੁਸੀਂ ਸੰਵਿਧਾਨ ਨੂੰ ਘੱਟ ਜ਼ੋਰ ਦੇ ਰਹੇ ਹੋ। ਔਰ ਤੀਸਰੀ ਗੱਲ, ਜੇ ਤੁਹਾਡੀ ਆਪਾਂ ਮੰਨ ਲਈਏ ਕਿ ਸਟੇਟ ਲੈਜਿਸਲੇਟਿਵ ਆਲ ਪਾਵਰਫੁਲ ਹੈ, ਫਿਰ ਆਪਾਂ ਚੰਡੀਗੜ੍ਹ ਦਾ ਮਸਲਾ ਇੰਨਾ ਲਮਕਾਇਆ ਕਿਉਂ ਹੋਇਆ? ਤੁਸੀਂ ਇੱਕ ਵਿਸ਼ੇਸ਼ ਸੈਸ਼ਨ ਬੁਲਾਓ, ਤੁਸੀਂ ਤਾਂ ਆਲ ਪਾਵਰਫੁਲ ਹੋ, ਗਵਰਨਰ ਤਾਂ ਮਨਾ ਕਰ ਹੀ ਨਹੀਂ ਸਕਦਾ। ਤੁਸੀਂ ਇੱਕ ਉਹਦੇ 'ਚ ਬਿੱਲ ਲਿਆਓ ਕਿ ਜੀ ਚੰਡੀਗੜ੍ਹ ਤੇ ਅਸੀਂ ਕੱਲ ਨੂੰ ਕਬਜ਼ਾ ਲੈਣ ਲੱਗੇ ਆ, ਮੁੱਖ ਮੰਤਰੀ ਸਾਹਿਬ ਜਾ ਕੇ ਉੱਥੇ ਕਬਜ਼ਾ ਲੈਣਗੇ ਸੈਰੀਮੋਨੀਅਲ, ਉਹਨੂੰ ਪਾਸ ਕਰੋ। ਗਵਰਨਰ ਸਾਹਿਬ ਇੱਕ ਵਾਰੀ ਵਾਪਸ ਕਰ ਦੇਣਗੇ, ਦੂਜੀ ਵਾਰ ਤਾਂ ਕਰ ਹੀ ਨਹੀਂ ਸਕਦੇ। ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਚੈਨਲ ਦੇ ਉੱਤੇ ਕੀ ਡਿਸਕਸ਼ਨ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਕੀ ਪੰਜਾਬ ਦੀ ਵਿਧਾਨ ਸਭਾ ਕਾਨੂੰਨ ਤੋਂ ਕਨਸਟੀਟਿਊਸ਼ਨ ਤੋਂ ਬਾਹਰ ਜਾ ਕੇ ਅਗਰ ਕੋਈ ਗਲਤ ਬਿੱਲ ਲੈ ਕੇ ਆਉਂਦੀ ਹੈ ਕੀ ਉਦੋਂ ਤੁਸੀਂ ਇਸੇ ਤਰੀਕੇ ਪਾਸ ਕਰ ਦੋਗੇ ਕਿ ਆਹੀ ਪ੍ਰੋਵੀਜ਼ਨਸ ਨੇ? ਮੈਂ ਬੜੇ ਸਪਸ਼ਟ ਤੌਰ ਤੇ ਦੋ ਗੱਲਾਂ ਕਹੀਆਂ ਸੀ। ਚਲੋ ਗਰੇਵਾਲ ਸਾਹਿਬ ਕਹਿੰਦੇ ਮੈਂ ਸਮਝਾ ਦਿੰਨਾ ਹੈ, ਸਮਝ ਲਈਏ। ਬਰਾੜ ਸਾਹਿਬ ਇੱਕ ਮਿੰਟ ਦੇਖੋ, ਗਰੇਵਾਲ ਸਾਹਿਬ ਇਧਰ ਉਧਰਲੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਟਾਈਮ ਮਿਲ ਜਾਂਦਾ। ਮੈਂ ਕੋਈ ਕਾਨੂੰਨ ਗੱਲ ਕਰ ਰਿਹਾ, ਤੁਸੀਂ ਉਹਦੇ ਚ ਵੀ ਗਰੇਵਾਲ ਸਾਹਿਬ ਨੂੰ ਨਾ ਵਾੜੋ। ਹੁਣ ਗੱਲ ਹੋ ਲੈਣ ਦਿਓ ਇੱਕ ਮਿੰਟ। ਮੈਂ ਗਰੇਵਾਲ ਸਾਹਿਬ ਨੂੰ ਸਿੱਧੀ ਗੱਲ ਪੁੱਛਦਾ ਹਾਂ ਕਿ ਜੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਇਹ ਦੱਸ ਦਿਓ ਵੀ ਬ੍ਰੌਡਕਾਸਟਿੰਗ ਦਾ ਕਾਨੂੰਨ ਬਣਾ ਸਕਦੀ ਹੈ? ਗਰੇਵਾਲ ਸਾਹਿਬ ਕਹਿੰਦੇ ਨੇ ਬਣਾ ਸਕਦੀ ਹੈ, ਤਾਂ ਆਪਾਂ ਗੱਲ ਕਰ ਲੈਂਦੇ ਆ। ਕਾਨੂੰਨੀ ਮਾਹਰ ਬੈਠੇ ਨੇ, ਦੱਸ ਦੇਣ ਕਿ ਜੀ ਬ੍ਰੌਡਕਾਸਟਿੰਗ ਸਟੇਟ ਸਬਜੈਕਟ ਹੈ ਕਿ ਸੈਂਟਰਲ ਸਬਜੈਕਟ ਹੈ। ਨੰਬਰ 2, ਕਿਹੜੀ ਐਸੀ ਪੰਜਾਬ ਦੀ ਸਰਕਾਰ ਹੈ ਜਿਹਨੇ ਬਿੱਲ ਬਣਾਇਆ? ਇਹ ਅੱਜ ਉਰੇ ਲੋਕਾਂ ਨੂੰ ਦੱਸ ਦੇਣ ਬਿੱਲ ਕਾਹਦਾ ਬਣਾਇਆ। ਸਿਰਫ ਜਿਹੜੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਟੈਲੀਕਾਸਟ ਹੋਣੀ ਹੈ ਉਹਦੇ ਚ ਸਪੈਸ਼ਲ ਮੈਂਸ਼ਨ ਹੈ 125A ਚ ਕਿ ਬਿੱਲ ਲੈ ਕੇ ਆ ਰਿਹਾ ਹਰਮੰਦਰ ਸਾਹਿਬ ਤੋਂ ਜਿਹੜੀ ਗੁਰਬਾਣੀ ਰਿਲੇ ਹੁੰਦੀ ਹੈ। ਕੀ ਗੱਲ ਜਿਹੜੀ ਦਮਦਮਾ ਸਾਹਿਬ ਤੋਂ ਹੁੰਦੀ ਹੈ ਉਹ ਫਿਰ ਉਹ ਗੁਰਬਾਣੀ 'ਚ ਕੋਈ ਫਰਕ ਹੈ? ਜਿਹੜੀ ਪਟਿਆਲੇ ਦੁਖਨਿਵਾਰਨ ਸਾਹਿਬ ਤੋਂ ਹੁੰਦੀ ਹੈ ਉਹ ਗੁਰਬਾਣੀ 'ਚ ਕੋਈ ਫਰਕ ਹੈ? ਇਹ ਕੈਸੇ ਪੰਜਾਬ ਸਰਕਾਰ ਦੇ ਵਕੀਲ ਨੇ, ਇਹ ਕਿਹੜੇ ਕਾਨੂੰਨੀ ਮਾਹਰ ਨੇ ਜਿਨ੍ਹਾਂ ਨੇ ਇਹ ਫਰਕ ਕਰਤਾ ਕਿ ਹਰਮੰਦਰ ਸਾਹਿਬ ਦੀ ਗੁਰਬਾਣੀ ਲਈ ਬਿੱਲ ਲੈ ਕੇ ਆ ਰਹੇ ਆ, ਬਾਕੀ ਪੰਜਾਬ 'ਚ ਕਿਤੋਂ ਵੀ ਗੁਰਬਾਣੀ ਆ ਕੋਈ ਬਿੱਲ ਨਹੀਂ? ਔਰ ਦੂਸਰੀ ਗੱਲ ਇਹਨਾਂ ਨੇ ਹੋਰ ਜਿਹੜਾ ਹਸਤਕਸ਼ੇਪ ਕੀਤਾ ਕਾਨੂੰਨੀ ਮਾਹਰ ਦੱਸ ਦੇਣ। ਇਹ ਕਿਹੜੀ ਸਰਕਾਰ ਹੈ ਜੀ? ਇਹ ਪਹਿਲੀ ਸਰਕਾਰ ਹੈ ਜਿਹਨੇ ਕਿਹਾ ਕਿ ਹਰਮੰਦਰ ਸਾਹਿਬ ਸਾਡੀ ਜੁਰਿਸਡਿਕਸ਼ਨ 'ਚ ਆਉਂਦਾ। ਹਰਮੰਦਰ ਸਾਹਿਬ ਕੰਪਲੈਕਸ ਪੰਜਾਬ ਸਰਕਾਰ ਦੀ ਜੁਰਿਸਡਿਕਸ਼ਨ ਹੈ। ਉਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਅਕਾਲ ਤਖਤ ਸਾਹਿਬ, ਉਹ ਕਿਸੇ ਦੀ ਜੁਰਿਸਡਿਕਸ਼ਨ ਨਹੀਂ। ਸੋ ਜੇ ਤੁਹਾਨੂੰ ਨਹੀਂ ਕੁਝ ਪਤਾ, ਕੋਈ ਵਧੀਆ ਵਕੀਲਾਂ ਤੋਂ ਰਾਏ ਲੈ ਲਓ। ਗਰੇਵਾਲ ਸਾਹਿਬ ਜਵਾਬ ਦੇ ਦਿਓ। ਲਓ ਜੀ, ਹੁਣ ਪਹਿਲੀ ਗੱਲ ਤਲਵਾਰ ਸਾਹਿਬ ਨੇ ਬਿਲਕੁਲ ਸਹੀ ਕਿਹਾ, ਬ੍ਰਿਜ ਹੋਣਾ ਚਾਹੀਦਾ, ਬਟ ਸਰ ਇਟਸ ਅ ਬ੍ਰਿਜ ਟੂ ਫਾਰ। ਗਵਰਨਰ ਭਾਵੇਂ ਤਾਮਿਲਨਾਡੂ ਮਿਨਿਸਟਰ ਡਿਸਮਿਸ ਕਰਦਾ, ਭਾਵੇਂ ਇੱਥੇ ਕੁਝ ਬੋਲਦੇ ਆ, ਐਂਡ ਸੰਵਿਧਾਨ 9ਵੀਂ ਤੋਂ ਪੜਾਉਣਾ ਤਾਂ ਸ਼ੁਰੂ ਕਰ ਦਿਓ ਤਾਂ ਕਿ ਬੱਚਿਆਂ ਨੂੰ ਇਹ ਰਵੇ ਕਿ ਸੈਕੂਲਰ ਸਟੇਟ ਹੈ ਤੇ ਅਸੀਂ ਸੋਸ਼ਲਿਸਟ ਸੈਕੂਲਰ ਵੀ ਦਾ ਪੀਪਲ ਆਫ ਇੰਡੀਆ ਤਾਂ ਹੀ ਸਿਖਾਉਂਦੇ ਆ ਸਰ, ਜਿਵੇਂ ਕਿ ਬੀਜੇਪੀ ਹਮਲੇ ਮਾਰ ਰਹੀ ਹੈ। ਅਸਲੀ ਗੱਲ ਬਰਾੜ ਸਾਹਿਬ ਇਹ ਹੈ ਕਿ ਇਹਨਾਂ ਦੀ ਚੱਲ ਰਹੀ ਹੈ ਨੈਗੋਸ਼ੀਏਸ਼ਨ, ਇਹਨਾਂ ਨੇ ਕਰਨਾ ਡਿਲੇ। ਪੰਜਾਬ ਸਰਕਾਰ ਨੇ ਜੋ ਵੀ ਕੋਈ ਬਿੱਲ ਪਾਸ ਕੀਤਾ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਪਾਸ ਕੀਤਾ। ਜਦੋਂ ਭਾਈਵਾਲਾਂ ਦੀ ਸੀਟ ਸ਼ੇਅਰਿੰਗ ਹੋ ਗਈ, ਉਹ ਅੱਧ ਮੰਗਦੇ ਆ, ਇਹ ਕਦੇ ਮੰਨਦੇ ਨਹੀਂ। ਉਦੋਂ ਇਹ ਫਟਾਫਟ ਕੋਈ ਆਰਡੀਨੈਂਸ ਸੈਂਟਰ ਚ ਲਿਆਉਣ ਦੀ ਕੋਸ਼ਿਸ਼ ਕਰਨਗੇ, ਇਹ ਦੁਬਾਰਾ ਮੰਤਰੀ ਬਣਨਗੇ, ਫਟਾਫਟ ਹੋਊਗਾ। ਉਦੋਂ ਕੋਸ਼ਿਸ਼ ਹੋਊਗੀ ਕਿਉਂਕਿ ਇਹਨੂੰ ਡਿਲੇ ਕਰੀਏ। ਹੁਣ ਅਸੀਂ ਦਰਬਾਰ ਸਾਹਿਬ ਬਾਰੇ ਮਾਨ ਸਾਹਿਬ ਨੇ ਕਿਉਂ ਕਿਹਾ? ਦਰਬਾਰ ਸਾਹਿਬ ਬਿਲਕੁਲ ਗੁਰੂ ਸਾਹਿਬ ਦੀ ਬਣਾਈ, ਗੁਰੂ ਸਾਹਿਬ ਦੀ ਦਿੱਤੀ ਦੇਣ ਆ ਸਾਨੂੰ, ਐਂਡ ਉਹ ਸਭ ਦੀ ਹੈ, ਸਾਰੇ ਪੰਜਾਬੀਆਂ ਦੀ ਹੈ। ਉਹਦੇ ਤੇ ਗਲਤ ਗਿਆਨੀ, ਪੰਜਾਬੀਆਂ ਦੀ ਨਹੀਂ। ਕੀ ਹਰਮੰਦਰ ਸਾਹਿਬ ਕਹਿੰਦੇ ਪੰਜਾਬ ਤੱਕ ਸੀਮਿਤ ਹੈ? ਗਰੇਵਾਲ ਸਾਹਿਬ ਘੱਟੋ ਘੱਟ ਤੁਸੀਂ ਜੇ ਕਿਸੇ ਚੀਜ਼ ਦੀ ਨੌਲੇਜ ਦੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਉਹਦੇ ਚੁੱਪ ਰਿਹਾ ਕਰੋ। ਪਹਿਲਾ ਐਸਾ ਸ਼ਖਸ ਹੈ ਜਿਹੜਾ ਦੱਸ ਰਿਹਾ ਵੀ ਹਰਮੰਦਰ ਸਾਹਿਬ ਕਹਿੰਦੇ ਪੰਜਾਬੀਆਂ ਦਾ। ਮੈਂ ਬੋਲਦਾ। ਔਰ ਦੂਜੀ ਗੱਲ, ਲੋਕਾਂ ਨੂੰ ਇਹ ਵੀ ਕਲੀਅਰ ਕਰ ਦਿਓ ਕਾਂਗਰਸ ਨਾਲ ਜਿਹੜੀ ਮਿਲੀ ਭੁਗਤ ਹੈ, ਸਾਡਾ ਅਲਾਇੰਸ ਹੋਣਾ ਹੋ ਜੂ ਨਹੀਂ ਹੋਣਾ, ਤੁਸੀਂ ਪਹਿਲਾਂ ਆਪਦੇ ਅਲਾਇੰਸ ਦੀ ਗੱਲ ਕਰੋ। ਦੱਸੋ ਕਿੰਨੀਆਂ ਸੀਟਾਂ ਹੋ ਰਹੀਆਂ, ਕਿੱਥੇ ਲੜ ਰਹੇ ਹੋ? ਮੈਂ ਬੋਲਦਾ ਕਿ ਨਹੀਂ? ਸੁਣੋ, ਗਲਤ ਨਾ ਬੋਲੋ। ਤੁਸੀਂ ਕੌਣ ਹੋ ਹਰਮੰਦਰ ਸਾਹਿਬ ਨੂੰ ਕੱਲਾ ਪੰਜਾਬ ਦਾ ਕਹਿੰਦੇ? ਚਲੋ ਆਪਾਂ ਬਹਿਸ ਇੰਨੀ ਤਲਖੀ ਕਾਹਨੂੰ ਦਿਖਾਉਣੀ ਹੈ? ਨਹੀਂ ਹਾਂਜੀ ਮੈਨੂੰ ਕੱਟੋ, ਮੈਂ ਗੱਲ ਕਰ ਰਿਹਾ, ਮੈਨੂੰ ਕੱਟੋ ਨਾ। ਇੱਕ ਅੱਖਰ ਪੰਜਾਬੀਆਂ ਦੀ, ਇਹਨਾਂ ਦਾ ਕੰਮ ਹੀ ਹੈ। ਮੈਂ ਜੋ ਕਹਿ ਰਿਹਾ ਪੰਜਾਬੀਆਂ ਦੀ, ਕਿਉਂਕਿ ਪੰਜਾਬੀ ਚਲੋ ਉਹਨੇ ਜਵਾਬ ਦੇ ਲੈਣ ਦਿਓ ਕਲੀਅਰ ਸਾਹਿਬ। ਹਾਂ ਜੀ ਸਰ, ਇਹਨਾਂ ਨੇ ਨਹੀਂ ਕਰਨਾ। ਇੱਕ ਗੱਲ ਪੰਜਾਬੀਆਂ ਪੰਜਾਬ ਚ ਹੈ, ਸਾਰੀ ਦੁਨੀਆ ਹੈ। ਸਰ
ਹੈ ਤਾਂ ਸਾਰੀ ਦੁਨੀਆ ਦੀ, ਇਹ ਤਾਂ ਮੈਨੂੰ ਵੀ ਸਿੱਖ ਨਹੀਂ ਮੰਨਦੇ। ਸ਼ਾਇਦ ਕਲੇਰ ਸਾਹਿਬ ਦੀ ਦਾੜੀ ਕੱਟੀ ਵੀ ਸਿੱਖ ਨਹੀਂ ਹੈਗੇ, ਇਹਨਾਂ ਦੀ ਪਾਰਟੀ ਨੇ ਐਫੀਡੇਵਿਟ ਦਿੱਤਾ ਕਾਦੀ ਗੱਲ ਨਹੀਂ ਸੁਪਰੀਮ ਕੋਰਟ 'ਚ। ਚਲੋ ਕੋਈ ਗੱਲ, ਉਹ ਅਲੱਗ ਹੈ। ਗੁਰੂ ਤਾਂ ਸਾਰੀ ਹੋ ਗਿਆ ਕੇਸ, ਪੜ੍ਹ ਲਿਆ ਕਰੋ ਗਰੇਵਾਲ ਸਾਹਿਬ, ਉਹ ਡਿਸਮਿਸ ਹੋ ਗਿਆ ਕੇਸ। ਕਿਰਪਾ ਕਰਕੇ ਚੀਜ਼ਾਂ ਪੜ੍ਹ ਕੇ ਆਇਆ ਕਰੋ, ਝੂਠ ਕਿਉਂ ਬੋਲਦੇ ਹੋ? ਸੁਪਰੀਮ ਕੋਰਟ ਵਾਲਾ ਕੇਸ ਡਿਸਮਿਸ ਹੋ ਗਿਆ। ਸਰ ਮੈਂ ਕਲੈਰੀਫਾਈ ਕਰਦਾ ਜੀ ਇੱਕ ਸੈਕਿੰਡ, ਮੈਂ ਆ ਰਿਹਾ ਤਲਵਾਰ ਸਾਹਿਬ, ਮਾੜੀ ਜੀ ਗਰੇਵਾਲ ਸਾਹਿਬ ਨੂੰ ਗੱਲ ਕਹਿ ਲੈਣ ਦਿਓ ਪਲੀਜ਼। ਹਾਂਜੀ 2 ਮਿੰਟ ਵੇਟ ਕਰੋ। ਹਾਂਜੀ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ, ਮੈਂ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ। ਅਸੀਂ ਸਿਰਫ ਇੱਕ ਗੱਲ ਕਰੀ ਕਿ ਜੇ ਗੁਰੂ ਦੀ ਬਾਣੀ ਸਾਰੀ ਦੁਨੀਆ ਸੁਣ ਲੂਗੀ ਤੇ ਕਿਉਂ ਐਸਜੀਪੀਸੀ ਬਣੀ ਸੀ ਮੰਨਤਾਂ ਤੋਂ ਛਡਾਉਣ ਲਈ? ਉਹ ਬਾਬਾ ਗੁਰੂ ਦੀ ਬਾਣੀ ਕੱਲੀ ਹਰਮੰਦਰ ਸਾਹਿਬ ਤੋਂ ਆਉਂਦੀ ਆ, ਦਮਦਮਾ ਸਾਹਿਬ ਤੋਂ ਨਹੀਂ ਆਉਂਦੀ, ਪਟਿਆਲੇ ਦੁਖਨਿਵਾਰਨ ਸਾਹਿਬ ਤੋਂ ਨਹੀਂ ਆਉਂਦੀ, ਹੋਰ ਕਿੰਨੇ ਗੁਰਧਾਮ ਨੇ ਉਹਨਾਂ ਤੋਂ ਨਹੀਂ ਆਉਂਦੀ। ਫਰਕ ਕੀ ਆ ਉਹ ਵੀ ਦੱਸ ਦਿਓ। ਜੇ ਤੁਹਾਨੂੰ ਨਹੀਂ ਤੁਹਾਡੇ ਵਕੀਲ ਦੱਸਦੇ ਤਾਂ ਘੱਟੋ ਘੱਟ ਪੁੱਛ ਹੀ ਲਓ। ਤੁਸੀਂ ਐਕਟਿਵ ਪੜ੍ਹ ਲਓ 125 ਇਹ ਕੀ ਹੈ, ਫਿਰ ਗੱਲ ਕਰ ਲਾਂਗੇ ਆਪਾਂ। ਮੈਂ 1 ਮਿੰਟ ਚੰਨੀ ਸਾਹਿਬ ਆ ਰਹੇ ਆ, ਇੱਧਰ ਥੋੜਾ ਮਾਮਲਾ ਜ਼ਿਆਦਾ ਉਲਝ ਗਿਆ। 1 ਸੈਕਿੰਡ ਗਰੇਵਾਲ ਸਾਹਿਬ ਪਲੀਜ਼ 1 ਸੈਕਿੰਡ। ਤਲਵਾਰ ਸਾਹਿਬ ਕੁਝ ਐਡ ਆਨ ਕਰਨਾ ਚਾਹੁੰਦੇ ਆ ਇਸੇ ਮਸਲੇ ਤੇ? ਜੇ ਟੈਕਨੀਕਲ ਮਸਲਾ ਆ ਹੀ ਗਿਆ, ਤਲਵਾਰ ਸਾਹਿਬ ਤੁਸੀਂ ਕਹਿ ਸਕਦੇ ਹੋ ਆਪਦੀ ਗੱਲ ਜੀ। ਹਾਂਜੀ ਜਦੋਂ ਪੰਜਾਬ ਸਰਕਾਰ ਨੇ ਸੈਸ਼ਨ ਬੁਲਾਇਆ, ਉਦੋਂ ਗਵਰਨਰ ਸਾਹਿਬ ਨੇ ਉਹ ਸੈਸ਼ਨ ਨੂੰ ਕਾਲ ਨਹੀਂ ਕੀਤਾ, ਜਿਹੜਾ 167 ਆਰਟੀਕਲ 167 ਦੇ ਵਿੱਚ ਉਹਨਾਂ ਤੇ ਮੈਂਡੇਟ ਹੈ, ਬਿਕੋਜ਼ ਗਵਰਨਰ ਸਾਹਿਬ ਐਕਟਸ ਔਨ ਦੀ ਐਡਵਾਈਸ ਆਫ ਦੀ ਕਾਉਂਸਲ ਆਫ ਮਿਨਿਸਟਰਸ ਆਫ ਦ ਸਟੇਟ। ਉਹ ਮੈਟਰ ਚਲਾ ਗਿਆ ਸੁਪਰੀਮ ਕੋਰਟ, ਪੰਜਾਬ ਸਰਕਾਰ ਚਲੇਗੀ ਸੁਪਰੀਮ ਕੋਰਟ ਕਿ ਅਸੀਂ ਸੈਸ਼ਨ ਬੁਲਾ ਰਹੇ ਹਾਂ, ਉਹ ਸੈਸ਼ਨ ਨੂੰ ਕਾਲ ਨਹੀਂ ਕਰ ਰਹੇ ਗਵਰਨਰ ਸਾਹਿਬ। ਉੱਥੇ ਇਸ਼ੂ ਉੱਠਿਆ ਕਿ ਜੀ ਗਵਰਨਰ ਸਾਹਿਬ ਇਨਫੋਰਮੇਸ਼ਨ ਮੰਗ ਰਹੇ ਨੇ, ਪੰਜਾਬ ਸਰਕਾਰ ਦੇ ਨਹੀਂ ਰਹੀ। ਆਨਰੇਬਲ ਸੁਪਰੀਮ ਕੋਰਟ ਨੇ ਉੱਥੇ ਦੋਨਾਂ ਨੂੰ ਕਿਹਾ ਕਿ ਤੁਸੀਂ ਜਦੋਂ ਉਹਨਾਂ ਕੋਲ ਪਾਵਰ ਹੈ ਇਨਫੋਰਮੇਸ਼ਨ ਮੰਗਣ ਦੀ, ਤੇ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਕਿਉਂ ਨਹੀਂ ਦੇ ਰਹੇ? ਤੇ ਉਹ ਜਦੋਂ ਉਹਨਾਂ ਨੂੰ ਕਿਹਾ ਗਵਰਨਰ ਸਾਹਿਬ ਦੇ, ਉੱਥੇ ਆਲਰੇਡੀ ਜਿਹੜੇ ਉਹਨਾਂ ਦੇ ਵਕੀਲ ਸੀਗੇ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਸੈਸ਼ਨ ਬੁਲਾ ਲਿਆ, ਤੇ ਉਹ ਮੈਟਰ ਉਸ ਇਵੈਂਟ ਕਰਕੇ ਡਿਸਪੋਜ਼ ਆਫ ਹੋ ਗਿਆ। ਸਟੇਟ ਗਵਰਨਮੈਂਟ ਨੂੰ ਕਿਹਾ ਗਿਆ ਜੋ ਇਨਫੋਰਮੇਸ਼ਨ ਤੁਸੀਂ ਦੇਣੀ ਹੈ ਤੁਸੀਂ ਦਿਓ, ਤੇ ਸੈਸ਼ਨ ਆਲਰੇਡੀ ਬੁਲਾ ਲਿਆ ਗਿਆ, ਤੇ ਉਹ ਇਸ਼ੂ ਉੱਥੇ ਖਤਮ ਹੋ ਗਿਆ। ਹੁਣ ਜਿਹੜਾ ਮੁੱਦਾ ਹੈਗਾ ਹੈ, ਇੱਕ ਵਾਰੀ ਇੱਕ ਲਾਅ ਪਾਸ ਹੋ ਗਿਆ ਹੈ, ਉਹ ਲਾਅ ਜਦੋਂ ਗਵਰਨਰ ਸਾਹਿਬ ਕੋਲ ਚਲਾ ਗਿਆ, ਉਹਦੇ ਅੱਗੇ ਕਨਸਟੀਟਿਊਸ਼ਨਲ ਕੀ ਪ੍ਰੋਸੀਜਰ ਪ੍ਰੋਵਾਈਡ ਕਰਦਾ ਹੈ, ਉਹ ਆਰਟੀਕਲ 200 'ਚ ਹੈ। ਹੁਣ ਉੱਥੇ ਗੱਲ ਆ ਗਈ ਹੈ। ਹੁਣ ਉਸ ਮੁੱਦੇ ਤੇ ਗਵਰਨਰ ਸਾਹਿਬ ਨੇ ਇਧਰ ਬਿੱਲ ਨੂੰ ਆਪਣੇ ਕਮੈਂਟਸ ਨਾਲ ਵਾਪਸ ਭੇਜਣ, ਕੋਈ ਪ੍ਰੋਬਲਮ ਹੈ ਉਹਦੇ 'ਚ? ਜੇ ਉਹਦੇ 'ਚ ਪ੍ਰੋਬਲਮ ਨਹੀਂ ਹੈ ਤਾਂ ਉਹਨੂੰ ਲਾਅ ਬਣਾ ਦੇਣ। ਇਹ ਕਨਸਟੀਟਿਊਸ਼ਨ ਕਹਿੰਦੀ ਹੈ, ਇਹ ਤੋਂ ਅੱਗੇ ਕਨਸਟੀਟਿਊਸ਼ਨ 'ਚ ਇਸ ਬਾਰੇ 'ਚ ਨਹੀਂ ਕਿਹਾ ਗਿਆ ਕੁਝ ਵੀ। ਚੰਨੀ ਸਾਹਿਬ ਵਿਜੇਪਾਲ, ਮੈਨੂੰ ਬੜੀ ਹੈਰਾਨੀ ਹੈ। ਇੱਕ ਤਾਂ ਜਿਹੜਾ ਪਤਾ ਨਹੀਂ ਤੁਸੀਂ ਕੀ ਕਰੋਗੇ ਕਿ ਮੁੱਦੇ ਤੇ ਕਿੱਦਾਂ ਰਹਿ ਜਾਵੇ, ਤੇ ਕਿਹਦੀ ਦਾੜੀ ਕੱਟੀ ਹੈ, ਕਿਹਨੇ ਰੱਖੀ ਹੈ, ਕਿਹੜਾ ਮੁੱਦੇ ਐਂ ਭੜਕ ਜਾਂਦੇ ਆ ਜਦੋਂ ਭਾਵਨਾਵਾਂ ਜ਼ਿਆਦੇ ਉਜਾਗਰ ਹੋਣ ਲੱਗ ਪੈਂਦੀਆਂ, ਫਿਰ ਕਈ ਵਾਰੀ ਕੰਮ ਡੀਲ ਹੁੰਦਾ। ਮੇਰੀ ਤੇ ਕੋਸ਼ਿਸ਼ ਹੈ ਕਿ ਮੈਂ ਮੁੜ ਕੇ ਲਿਆਵਾਂ ਉੱਥੇ। ਪਰ ਗੁਰੂ ਸਾਹਿਬ ਨੇ ਇਹ ਕਿਹਾ ਸੀਗਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਉਹਨਾਂ ਦਾ ਮਤਲਬ ਸੀ ਵੀ ਮੈਨੂੰ ਅਪੀਅਰੈਂਸ ਨਾਲ ਦਾੜਾ ਪ੍ਰਕਾਸ਼ ਕਰਕੇ ਰੱਖਣ ਨਾਲ ਮੈਂ ਉਹਦੇ ਖਿਲਾਫ ਨਹੀਂ ਹੈ, ਔਰ ਕਹਿੰਦੇ ਮੈਨੂੰ ਕੰਡਕਟ ਪਿਆਰਾ, ਲੋਕਾਂ ਦੀ ਅਪੀਅਰੈਂਸ ਪਿਆਰੀ ਨਹੀਂ ਹੈਗੀ, ਰਹਿਤ ਪਿਆਰੀ ਹੈ, ਤੇ ਸਿੱਖ ਪਿਆਰਾ ਨਹੀਂ। ਜਿਹੜਾ ਉਹ ਕਹੇ ਮੈਂ ਸਿੱਖ, ਮਤਲਬ ਇਹ ਆਪਣਾ ਵਿਸ਼ਾ ਨਹੀਂ ਹੋਣਾ ਚਾਹੀਦਾ ਸੀ। ਮੈਂ ਜੀ ਗੱਲ ਇਹ ਹੈਗੀ ਆ ਕਿ ਦੇਖੋ ਮੇਰੀ, ਤੁਸੀਂ ਸ਼ਾਇਦ ਤੁਹਾਨੂੰ ਇੱਕ ਮੈਂ ਐਗਜ਼ਾਮਪਲ ਦਿੰਦਾ ਜੀ। ਜਦੋਂ ਰਾਜੀਵ ਗਾਂਧੀ ਸੀ ਪ੍ਰਾਈਮ ਮਿਨਿਸਟਰ ਤੇ ਗਿਆਨੀ ਜੈਲ ਸਿੰਘ ਸੀਗੇ ਪ੍ਰੈਜ਼ੀਡੈਂਟ ਜੀ, ਤੇ ਇਹਨਾਂ ਨੇ ਇੱਕ ਪੋਸਟਲ ਬਿੱਲ ਪਾਸ ਕਰਤਾ ਦੋਨੋਂ ਹਾਊਸ ਦੇ, ਤੇ ਉਹਦੇ ਵਿੱਚ ਇਹ ਸੀਗਾ ਵੀ ਇਹ ਇਖਤਿਆਰ ਦਿੱਤਾ ਵੀ ਸਰਕਾਰ ਕਿਸੇ ਦੀ ਚਿੱਠੀ ਕਦੋਂ ਵੀ ਪੜ੍ਹ ਸਕਦੀ ਹੈ ਤੇ ਖੋਲ ਸਕਦੀ ਹੈ। ਜਿਹੜੀ ਆਪਣੀ ਪ੍ਰਾਈਵੇਸੀ ਹੁੰਦੀ ਹੈ ਫੈਮਿਲੀ ਦੀ ਜਾਂ ਕਿਸੇ ਦੋਸਤਾਂ ਦੀ, ਜਾਂ ਉਹ ਉਹਦੇ ਤੇ ਪੂਰਾ ਹਮਲਾ ਕਰ ਦਿੱਤਾ। ਤੇ ਗਿਆਨੀ ਜੀ ਨੇ ਉਹ ਬਿੱਲ ਵਾਪਸ ਨਹੀਂ ਭੇਜਿਆ। ਹੀ ਇੰਟਰੋਡਿਊਸ ਫॉर द फर्स्ट टाइम ਪੌਕਟ ਵੀਟੋ। ਉਹਨਾਂ ਨੇ ਬਿੱਲ ਆਪਣੇ ਕੋਲ ਰੱਖ ਲਿਆ, ਤੇ ਅੱਜ ਤੱਕ ਕਿੰਨੇ ਸਾਲ ਹੋ ਗਏ, 35 ਸਾਲ, ਉਹ ਬਿੱਲ ਅਜੇ ਤੱਕ ਪਾਸ ਨਹੀਂ ਹੋਇਆ। ਬਹੁਤ ਸਾਰੇ ਬਿੱਲ ਨੇ ਰਾਸ਼ਟਰਪਤੀ ਕੋਲ ਪੈਂਡਿੰਗ ਪਏ ਰਹਿੰਦੇ ਨੇ ਸਾਲਾਂ ਬੱਧੀ, ਬਹੁਤ ਸਾਰੇ ਬਿੱਲ। ਨਹੀਂ, ਮੈਂ ਇਹ ਕਹਿ ਰਿਹਾ ਕਿ ਅਸੀਂ ਕਹਿੰਦੇ ਹਾਂ ਕਿ ਗਵਰਨਰ ਨੂੰ ਇਖਤਿਆਰ ਨਹੀਂ, ਰਾਸ਼ਟਰਪਤੀ ਨੂੰ ਇਖਤਿਆਰ ਨਹੀਂ। ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਇਖਤਿਆਰ ਹੈਗੇ ਨੇ, ਉਹ ਵਰਤਦੇ ਨਹੀਂ ਹੈਗੇ। ਗਿਆਨੀ ਜੀ ਨੇ ਵਰਤਿਆ ਸੀ ਤੇ ਦੱਸਤਾ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇਖਤਿਆਰ ਹੈਗਾ, ਉਦੋਂ ਤਾਂ ਆਪਾਂ ਕਹਿੰਦੇ ਭੇਜੋ ਵਾਪਸ, ਦੁਬਾਰਾ ਬਣ ਜਾਏਗਾ ਬਿੱਲ, ਕੁਛ ਤੁਸੀਂ ਨਾ ਨਹੀਂ ਕਰ ਸਕਦੇ। ਦੂਜੀ ਗੱਲ, ਇਹ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਹੈ।
ਗਵਰਨਰ ਵੀ ਕੰਸਟੀਟਿਊਸ਼ਨਲ ਪੋਸਟ ਹੈ, ਚੀਫ ਮਿਨਿਸਟਰ ਵੀ ਕੰਸਟੀਟਿਊਸ਼ਨਲ ਪੋਸਟ ਹੈ, ਵਿਧਾਨ ਸਭਾ ਵੀ ਕੰਸਟੀਟਿਊਸ਼ਨਲ ਹੈ, ਸਰਕਾਰ ਵੀ ਕੰਸਟੀਟਿਊਸ਼ਨਲ। ਸਾਨੂੰ ਆਪਣੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਸਰ ਕਿੰਨੀ ਦੂਰ ਹੈ ਗਵਰਨਰ ਹਾਊਸ, ਕਿਉਂ ਨਹੀਂ ਅਸੀਂ ਜਾ ਕੇ, ਬਜਾਏ ਕਿ ਅਸੀਂ ਇੰਨੇ ਮਤਲਬ ਪ੍ਰੈਸ ਵਾਲਿਆਂ ਨੂੰ ਕਹੀ ਜਾਂਦੇ ਰੌਲਾ ਪਤਾ ਕੀ ਹੈ, ਅਸੀਂ ਇੱਕ ਮਾਈਲੇਜ ਲੈ ਰਹੇ ਹਾਂ ਹਰ ਚੀਜ਼ ਦੇ ਵਿੱਚ। ਹੁਣ ਤੁਸੀਂ ਦੇਖੋ ਕਿਸੇ ਹੋਰ ਬਿੱਲ ਦੀ ਗੱਲ ਨਹੀਂ ਕਰ ਰਹੇ, ਕੱਲਾ ਐਸਜੀਪੀਸੀ ਦੀ ਗੱਲ ਕਰ ਰਹੇ, ਕਿਉਂਕਿ ਉੱਥੇ ਫਿਰ ਅਕਾਲੀ ਆ ਜਾਂਦੇ ਆ, ਐਸਜੀਪੀਸੀ ਆ ਜਾਂਦੀ ਹੈ, ਬਾਦਲ ਫੈਮਿਲੀ ਆ ਜਾਂਦੇ, ਪੀਟੀਸੀ ਆ ਜਾਂਦਾ, ਦੂਜੇ ਚਾਹੇ ਨਾਮ ਕੋ ਪਾਸ ਕਰ, ਉਹਨਾਂ ਨੂੰ ਇੱਕੋ ਬਿੱਲ ਚਾਹੀਦਾ। ਤੇ ਹੋਰ ਤੁਸੀਂ ਦੇਖੋ ਉਹ ਅੱਜ ਤੱਕ ਕਹਿੰਦੇ ਮੈਂ ਘੰਟੇ 'ਚ ਮਿੰਟਾਂ ਸਕਿੰਟਾਂ 'ਚ ਚੈਨਲ ਸ਼ੁਰੂ ਹੁੰਦਾ। ਮੈਂ ਤੇ ਪਹਿਲੀ ਵਾਰ ਗੱਲ ਸੁਣ ਰਿਹਾ ਵੀ ਜਿਹੜਾ ਕੋਈ ਸੈਟੇਲਾਈਟ ਚੈਨਲ ਹੈਗਾ ਮਿੰਟਾਂ ਸਕਿੰਟਾਂ 'ਚ ਵੀ ਸ਼ੁਰੂ ਹੋ ਜਾਂਦਾ। ਕੀ ਇਹ ਪੰਜਾਬ ਗਵਰਨਮੈਂਟ ਦਾ ਸਬਜੈਕਟ ਮੈਟਰ ਹੈ? ਕੀ ਭਗਵੰਤ ਮਾਨ ਜੀ ਨੇ ਦੇਣੀ ਹੈ ਮਨਜ਼ੂਰੀ? ਫਿਰ ਕਰ ਦੇਣ 24 ਘੰਟੇ ਤਾਂ ਆਪੇ ਕਰਕੇ ਪੈਰਲ ਖੜਾ ਕਰ ਦੇਣ ਵੀ ਵਰਤਣਾ ਵਰਤੋ, ਨਹੀਂ ਸਾਡਾ ਵੀ ਚੱਲੂਗਾ। ਮਤਲਬ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਬਹੁਤ ਰਿਸਪੌਂਸਿਬਲ ਜਗ੍ਹਾ ਤੇ ਬੈਠੇ ਹਾਂ, ਬਚਕਾਨੀਆਂ ਗੱਲਾਂ ਨਹੀਂ ਕਰਨੀਆਂ ਬਣਦੀਆਂ, ਨਾ ਹੀ ਕੋਈ ਬੰਦਾ ਇਹਨਾਂ ਨੂੰ ਐਪਰੀਸ਼ੀਏਟ ਕਰਦਾ। ਰੌਲਾ ਪਾਉਣ ਜਿੰਨਾ ਮਰਜ਼ੀ ਉਹ ਹੋਰ ਗੱਲ, ਪਰ ਸਾਨੂੰ ਸੰਵਿਧਾਨ ਦੇ ਹੁਣ ਇਹ ਕਹਿੰਦੇ ਆ ਪ੍ਰੋਰੋਗ ਕੀਤਾ ਸੀ ਅਸੀਂ ਸੈਸ਼ਨ ਤੇ ਨਾਲ ਕਹਿੰਦੇ ਅਸੀਂ ਬਜਟ ਸੈਸ਼ਨ ਦੀ ਐਕਸਟੈਂਸ਼ਨ ਹੈ। ਦੋ ਗੱਲਾਂ ਕਿੱਦਾਂ ਹੋ ਸਕਦੀਆਂ? ਤੁਸੀਂ ਪ੍ਰੋਰੋਗ ਵੀ ਕਰਤਾ, ਫਿਰ ਤਾਂ ਨਵਾਂ ਲਾਣਾ ਪਏਗਾ, ਤੇ ਜੇ ਪ੍ਰੋਰੋਗ ਕੀਤਾ ਫਿਰ ਤੁਸੀਂ ਕਹੋ ਵੀ ਅਸੀਂ ਸੈਂਡਾ ਹੀ ਕੀਤਾ ਸੀਗਾ, ਅਸੀਂ ਜਦੋਂ ਮਰਜ਼ੀ ਬੁਲਾ ਸਕਦੇ। ਮਤਲਬ ਇਹ ਗੱਲ ਬਹੁਤ ਕੰਟਰਾਡਿਕਟਰੀ ਨੇ। ਨਹੀਂ ਇਹ ਜਿਹੜੀ ਉਹਦੇ ਤੇ ਇਨਫੋਰਮੇਸ਼ਨ ਹੈ ਜੋ ਵਿਧਾਨ ਸਭਾ ਦੇ ਉਹਦੇ ਤੇ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਹਦੇ 'ਚ ਮੈਂਸ਼ਨ ਹੈ ਕਿ ਸੈਸ਼ਨ ਇਜ਼ ਯੈਟ ਟੂ ਬੀ ਪ੍ਰੋਰੋਗਡ, ਇਹ ਲਿਖਿਆ ਹੋਇਆ ਹੈ। ਇਹ ਜਿਹੜਾ ਉਹਨਾਂ ਦੀ ਸਾਈਟ ਹੈ ਨਾ, ਉਹਨਾਂ ਦੀ ਸਾਈਟ ਤੇ ਪੇਪਰ ਨੇ, ਔਰ ਉਹਦੇ ਵਿੱਚ ਚੰਨੀ ਸਾਹਿਬ ਇਹ ਲਿਖਿਆ ਹੋਇਆ ਹੈ ਇਹ ਜਿਹੜਾ ਸੈਸ਼ਨ ਹੈ ਇਹ 17 ਮਾਰਚ 2000 ਨਹੀਂ ਇਹ ਸੈਸ਼ਨ ਜਿਹੜਾ ਹੈਗਾ 3 ਮਾਰਚ 2023 ਨੂੰ ਜਿਹੜਾ ਸੱਦਿਆ ਗਿਆ ਸੀ, ਉਹਦੇ ਵਿੱਚ ਲਿਖਿਆ ਹੋਇਆ ਕਿ ਸੈਸ਼ਨ ਇਜ਼ ਯੈਟ ਟੂ ਬੀ ਪ੍ਰੋਰੋਗਡ। ਇਹਨਾਂ ਦੀ ਜਿਹੜੀ ਸਟੇਟਮੈਂਟ ਆ ਰਹੀ ਹੈ ਕਿ ਜਿਸ ਦਾ ਪ੍ਰੋਰੋਗ ਕਰਤਾ ਸੀਗਾ, ਇਹ ਕੰਟਰਾਡਿਕਟਰੀ ਗੱਲਾਂ ਕਰਦੇ। ਮੈਂ ਇਹ ਕਹਿ ਰਿਹਾ ਕਿਤੇ ਕੋਈ ਬਿਆਨ ਹੈ, ਕਿਤੇ ਕੋਈ ਬਿਆਨ ਹੈ, ਅਸੀਂ ਇਹਨੂੰ ਕਿਉਂ ਨਹੀਂ ਕਲੈਰਿਟੀ? ਚਲੋ ਗਰੇਵਾਲ ਸਾਹਿਬ ਕੁਝ ਕਹਿ ਰਹੇ ਆ ਕਿ ਮੈਂ ਕਲੈਰਿਟੀ ਦੀ। ਜੀ ਗਰੇਵਾਲ ਸਾਹਿਬ, ਇਹ ਗਿਆਨੀ ਜੀ ਨੇ ਜਦੋਂ ਰੋਕਿਆ ਸੀ ਨਾ, ਉਹ ਸੀਗਾ ਕਿ ਲੋਕਾਂ ਦੀ ਚਿੱਠੀ ਪੜਾਂਗੇ, ਗਿਆਨੀ ਜੀ ਨੇ ਰੋਕਿਆ ਸੀ ਤੇ ਉਦੋਂ 3 ਮਹੀਨੇ ਬਾਅਦ ਗਿਆਨੀ ਜੀ ਦੀ ਟਰਮ ਖਤਮ ਹੋ ਗਈ ਸੀ ਤੇ ਕਾਂਗਰਸ ਨੂੰ ਸਮਝ ਆ ਗਈ ਸੀ ਕਿ ਇਹ ਤਾਂ ਬਹੁਤ ਜ਼ਿਆਦਾ ਸਟੈਲਿਨਿਸਟਿਕ ਕੰਮ ਹੈ ਜੋ ਕਿ ਅੱਜ ਹੋ ਰਿਹਾ ਹੈ, ਜੋ ਕਿ ਤੁਹਾਡੇ ਘਰਾਂ 'ਚ, ਫੋਨਾਂ 'ਚ, ਤੁਹਾਡੇ ਆਧਾਰ ਕਾਰਡ 'ਚ ਬੀਜੇਪੀ ਦੇਖ ਰਹੀ ਹੈ, ਉਹ ਕਾਂਗਰਸ ਵੀ ਦੇਖਦੀ ਸੀ। ਉਹ ਕੋਈ ਵੱਡੀ ਗੱਲ ਨਹੀਂ ਸਰ, ਪਹਿਲੀ ਗੱਲ। ਦੂਜੀ ਗੱਲ, ਯੈਟ ਟੂ ਬੀ, ਥੈਂਕ ਯੂ ਬਰਾੜ ਸਾਹਿਬ, ਯੈਟ ਟੂ ਬੀ ਸਰ ਟੈਕਨੀਕਲ ਟਰਮ ਹਲੇ ਹੋਣਾ ਬਾਕੀ ਹੈ, 6 ਮਹੀਨੇ ਸਾਡਾ ਹੱਕ ਹੈ, ਪਹਿਲੀ ਗੱਲ। ਨੈਕਸਟ ਇੱਕ ਸਿੰਪਲ ਜੀ ਗੱਲ ਹੈ ਜੀ, ਸਿੰਪਲ ਜੀ ਗੱਲ ਹੈ। ਅਸੀਂ ਕਹਿ ਰਹੇ ਸੀ ਸਾਰਾ ਕੁਝ ਪਾਸ ਕੀਤਾ, ਗਵਰਨਰ ਸਾਹਿਬ ਇਹ ऑपोजिशन रूल स्टेट तो सब कुछ माड़ा, पंजाब में चिंता हो गई, बॉर्डर में हो गया, 4 रुपए लाइसेंस वाली बंदूक लेके चले गए, मणिपुर च 10,000 बंदूक चोरी होगी, ਧੀਆਂ ਭੈਣਾਂ ਨਾਲ ਬੁਰਾ ਹਾਲ ਹੋ ਗਿਆ, ਬਟਵਾਰਾ ਕਰਤਾ ਆਬਾਦੀ ਦਾ। ਉੱਥੇ ਗਵਰਨਰ ਦਾ ਆਪਾਂ ਨੂੰ ਨਾਂ ਵੀ ਨਹੀਂ ਪਤਾ, ਉੱਥੇ ਤੁਹਾਨੂੰ ਨਾਮ ਮੈਨੂੰ ਨਹੀਂ ਪਤਾ, ਕਸਮ ਨਾਲ ਮੈਨੂੰ ਨਾਮ ਨਹੀਂ ਪਤਾ, ਮਣੀਪੁਰ ਦਾ। ਜੇ ਤੁਹਾਡੀ ਜਾਣਕਾਰੀ ਕਿਸੇ ਭਰਾ ਦੀ ਵਾਧਾ ਕਰਦੇ ਹੋ। ਨੈਕਸਟ ਜਿਹੜੀ ਸੰਵਿਧਾਨਕ ਗੱਲ ਕਰਦੇ ਆ, ਸੰਵਿਧਾਨ ਦੇ ਵਿੱਚ ਸਹੁੰ ਖਾਣ ਵਾਲੇ ਬੰਦਿਆਂ ਨੂੰ ਮਰਿਆਦਾ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਕੈਬਨਿਟ ਮੰਤਰੀਆਂ ਨੂੰ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਨੀ ਚਾਹੀਦੀ, ਕੈਬਨਿਟ ਮੰਤਰੀਆਂ ਨੂੰ ਨਹੀਂ ਕਰਨਾ ਚਾਹੀਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਚਲੋ ਆਪਾਂ ਹਿੰਦੂ ਰਾਸ਼ਟਰ ਵੱਲ ਨਾ ਜਾਈਏ, ਆਪਾਂ ਜੇ ਪੰਜਾਬ ਤੇ ਰਹੀਏ। ਉਹ ਵਾਰ-ਵਾਰ ਚੰਨੀ ਸਾਹਿਬ ਉਹੀ ਗੱਲ। ਚੰਨੀ ਸਾਹਿਬ ਨੂੰ ਮਾੜਾ ਜਿਹਾ ਕੁਝ ਐਡ ਕਰ ਲੈਂਦੇ, ਕੁਝ ਕਹਿ ਰਹੇ ਨੇ ਚੰਨੀ ਸਾਹਿਬ ਜੀ। ਹਾਂ, ਗੱਲ ਇਹ ਹੈਗੀ ਹੈ, ਦੇਖੋ ਕਹਿੰਦੇ ਏਦਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਆਪਦੀ ਵਿਧਨ ਦੀ ਆਮ ਆਦਮੀ ਪਾਰਟੀ ਦੱਸ ਦੇਣ ਵੀ ਯੂਸੀਸੀ ਤੇ ਦਿੱਲੀ ਦਾ ਕੀ ਸਟੈਂਡ ਹੈ, ਪੰਜਾਬ ਚਲੋ ਫਿਰ ਆਪਣਾ ਡੀਰੇਲ ਹੋ ਜੂਗਾ। ਚੰਨੀ ਸਾਹਿਬ ਤੁਸੀਂ ਇਹ ਕਹੀ ਹੈ ਇਹ ਗੱਲ, ਪਹਿਲਾਂ ਤੁਸੀਂ ਕਹੀ ਹੈ ਵੀ ਡੀਰੇਲ ਹੋ ਜੂਗਾ। ਹਾਂ ਨਹੀਂ ਖਿਲਾਰਾ ਆਪਾਂ ਪਾਉਣਾ ਨਹੀਂ। ਦੇਖੋ ਜਿਹੜਾ ਮੇਨ ਇਸ਼ੂ ਹੈ, ਮੇਨ ਇਸ਼ੂ ਤੇ ਫੋਕਸ, ਹਾਂ ਉਹਦੇ ਵਿੱਚ ਗੁਰਬਾਣੀ ਵਾਲਾ ਬਿੱਲ ਜ਼ਰੂਰ ਆਉਂਦਾ ਹੈ। ਜਦੋਂ ਆਪਾਂ ਗਵਰਨਰ ਹਾਊਸ ਦੇ ਨਾਲ ਇਸ ਟਸਲ ਦੀ ਗੱਲ ਕਰਦੇ ਹਾਂ, ਖਾਸ ਕਰਕੇ ਰੀਸੈਂਟ ਐਕਟੀਵਿਟੀਜ਼ ਦੇ ਵਿੱਚ, ਤਾਂ ਉਹਦੇ ਤੇ ਅੱਜ ਜਦੋਂ ਸੀਐਮ ਸਾਹਿਬ ਬੋਲ ਰਹੇ ਸੀ, ਉਹਨਾਂ ਨੇ ਵੀ ਇਸੇ ਚੀਜ਼ ਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਇਹ ਲੱਗਦਾ ਹੈ ਕਿ ਬਿੱਲ ਡਿਲੇ ਕਰਨ ਦੇ ਟੈਕਟਿਕਸ ਨੇ। ਇਸ ਚੀਜ਼ ਦਾ ਜ਼ਿਕਰ ਹੋਇਆ ਜੀ। ਗੱਲ ਇਹ ਹੈ, ਦੇਖੋ ਪਹਿਲੀ ਗੱਲ ਤਾਂ ਕਿਹੜੀ ਸਰਕਾਰ ਹੈ ਜਿਹਦੀ ਇਹ ਜ਼ਿੰਮੇਵਾਰੀ ਹੋਵੇ ਵੀ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਦਖਲ ਦੇ ਕੇ, ਐਸਜੀਪੀਸੀ ਨੂੰ ਅਸੀਂ ਕਹਿੰਦੇ ਆ ਕਿ ਮਿਨੀ ਪਾਰਲੀਮੈਂਟ ਆਫ ਸਿੱਖਸ ਹੈ, ਤੇ ਉਹਨਾਂ ਨੂੰ ਆਪਣਾ ਨਹੀਂ ਪਤਾ, ਉਹ ਆਪਣੇ ਕੰਮ ਨਹੀਂ ਕਰ ਸਕਦੇ। ਵੈਸੇ ਤਾਂ ਉਹ ਵੀ ਨਹੀਂ ਕਰਦੇ ਪੂਰਾ ਕੰਮ ਜੋ ਉਹਨਾਂ ਨੂੰ ਕਰਨਾ ਚਾਹੀਦਾ, ਪਰ ਜੇ ਇੱਕ ਬੰਦਾ ਆਪਦੀ ਸੰਸਥਾ ਉਹ ਜ਼ਿੰਮੇਵਾਰ ਨੇ, ਜਿਵੇਂ ਸਾਡੀ ਸਰਕਾਰ ਬਣਦੀ ਹੈ, ਲੋਕਾਂ ਕੋਲ ਜਾਂਦੀ ਹੈ, ਉਹ ਲੋਕ ਵੋਟ ਪਾਉਣ ਨਾ ਪਾਉਣ, ਇਸੇ ਤਰ੍ਹਾਂ ਐਸਜੀਪੀਸੀ ਹੈ, ਉਹ ਵੀ ਇੱਕ ਡੈਮੋਕ੍ਰੈਟਿਕ ਬੋਡੀ ਹੈਗੀ ਹੈ। ਤੁਸੀਂ ਉਹਨਾਂ ਤੇ ਥੋਪੀ ਜਾਂਦੇ ਸਾਰਾ ਕੁਝ ਆਪਦਾ, ਮੈਂ ਐ ਕਰ ਦੂੰ, ਮੈਂ ਐ ਕਰ ਦੂੰ, ਇਹਦੀ ਲੋੜ ਨਹੀਂ ਹੈ। ਉਹਨਾਂ ਨੂੰ ਦੱਸੋ ਭਾਈ ਐ ਕਰੋ, ਨਹੀਂ ਕਰਦੇ ਸਲਾਹ ਦਿਓ, ਪਰ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਕਹੋ ਵੀ ਤੁਹਾਡੇ ਕੋਲ ਨਹੀਂ ਹੁੰਦਾ ਮੈਂ ਕਰ
ਪਹਿਲੀ ਗੱਲ ਤਾਂ ਦੂਸਰਾ ਇਹ ਜਿਹੜਾ ਸਟੇਟ ਲੈਵਲ ਦੀ ਕੰਪੀਟੈਂਸ ਨਹੀਂ ਹੈਗੀ ਟੂ ਮੈਂਡ ਦਿਸ ਐਕਟ, ਉਹ ਤਾਂ ਐਸਜੀਪੀਸੀ ਰეკਮੈਂਡੇਸ਼ਨ ਤੇ ਪਾਰਲੀਮੈਂਟ ਕਰਦੀ ਹੈ। गरेवाल साहब कुछ कह रहे हैं, फिर मैं क्लियर साहब को ला रहे हैं जी। छोटा जा कुछ ऐड कोई पॉइंट